ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ ਜੀ। ਕ੍ਰੀਏਟਿਵ ਗੁਰੂ ਜੀ 'ਚ ਤੁਹਾਡਾ ਸਵਾਗਤ ਹੈ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲੇਟੈਸਟ ਵੀਡੀਓ ਨੋਟੀਫਿਕੇਸ਼ਨਸ ਦੇ ਲਈ ਬੈਲ ਦੇ ਬਟਨ ਨੂੰ ਜ਼ਰੂਰ ਦਬਾਓ। ਵਿਗਿਆਨ ਕਲਾਸ 10ਵੀਂ ਕਿਰਿਆ ਆਧੁਨਿਕ ਆਵਰਤੀ ਸਾਰਣੀ ਨੂੰ ਸਮਝਣਾ। ਕਿਰਿਆ ਆਧੁਨਿਕ ਆਵਰਤੀ ਸਾਰਣੀ ਮਾਡਰਨ ਪੀਰੀਓਡਿਕ ਟੇਬਲ ਨੂੰ ਸਮਝਣਾ। ਲੋੜੀਂਦਾ ਸਮਾਨ ਆਵਰਤੀ ਸਾਰਣੀ, ਕੁਝ ਤੱਤਾਂ ਦੇ ਪਰਮਾਣੂ ਮਾਡਲ। ਸੰਨ 1913 ਵਿੱਚ ਹੈਨਰੀ ਮੋਸਲੇ ਨੇ ਵਿਖਾਇਆ ਕਿ ਤੱਤ ਦੇ ਪਰਮਾਣੂ ਪੁੰਜ ਦੀ ਤੁਲਨਾ ਵਿੱਚ ਉਸ ਦੇ ਪਰਮਾਣੂ ਅੰਕ ਵਿੱਚ ਵਧੇਰੇ ਆਧਾਰਪੂਰਨ ਗੁਣ ਹਨ। ਜਿਵੇਂ ਕਿ ਹੇਠਾਂ ਵਰਣਨ ਕੀਤਾ ਗਿਆ ਹੈ ਕਿ ਇਸ ਅਨੁਸਾਰ ਮੈਂਡਲੀਵ ਦੀ ਆਵਰਤੀ ਸਾਰਣੀ ਵਿੱਚ ਪਰਿਵਰਤਨ ਕੀਤਾ ਗਿਆ ਅਤੇ ਪਰਮਾਣੂ ਅੰਕ ਨੂੰ ਆਧੁਨਿਕ ਆਵਰਤੀ ਸਾਰਣੀ ਦਾ ਆਧਾਰ ਮੰਨਿਆ ਗਿਆ। ਤੁਸੀਂ ਆਧੁਨਿਕ ਆਵਰਤੀ ਸਾਰਣੀ ਨੂੰ ਇਸ ਪਿਕਚਰ ਵਿੱਚ ਦੇਖ ਰਹੇ ਹੋ। ਆਧੁਨਿਕ ਆਵਰਤੀ ਨਿਯਮ ਨੂੰ ਇਸ ਪ੍ਰਕਾਰ ਵਰਣਨ ਕੀਤਾ ਜਾ ਸਕਦਾ ਹੈ: ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਅੰਕਾਂ ਦੇ ਆਵਰਤੀ ਫੰਕਸ਼ਨ ਜਾਂ ਫਲਨ ਹੁੰਦੇ ਆ। ਮਤਲਬ ਜਿਹੜੇ ਤੱਤਾਂ ਦੇ ਗੁਣ ਹੈ, ਭੌਤਿਕ ਗੁਣ ਹੈ ਜਾਂ ਰਸਾਇਣਿਕ ਗੁਣ ਹੈ, ਉਹ ਉਹਨਾਂ ਦੇ ਪਰਮਾਣੂ ਅੰਕਾਂ ਤੇ ਨਿਰਭਰ ਹੁੰਦੇ ਆ। ਤੁਹਾਨੂੰ ਪਤਾ ਹੀ ਹੈ ਕਿ ਪਰਮਾਣੂ ਅੰਕ ਤੋਂ ਸਾਨੂੰ ਪਰਮਾਣੂਆਂ ਦੇ ਨਿਊਕਲੀਅਸ ਵਿੱਚ ਪ੍ਰੋਟੋਨਾਂ ਦੀ ਸੰਖਿਆ ਦਾ ਪਤਾ ਲੱਗਦਾ ਹੈ ਅਤੇ ਇੱਕ ਤੱਤ ਤੋਂ ਦੂਜੇ ਤੱਤ ਤੱਕ ਵਧਣ ਲਈ ਇਸ ਸੰਖਿਆ ਵਿੱਚ 1 ਦਾ ਵਾਧਾ ਹੁੰਦਾ ਹੈ। ਮਤਲਬ ਹਾਈਡਰੋਜਨ ਦੇ ਵਿੱਚ ਪ੍ਰੋਟੋਨਾਂ ਦੀ ਸੰਖਿਆ 1 ਹੈ ਅਤੇ ਹੀਲੀਅਮ ਦੇ ਵਿੱਚ ਪ੍ਰੋਟੋਨਾਂ ਦੀ ਸੰਖਿਆ 2 ਹੈ। ਕਿੰਨੇ ਪ੍ਰੋਟੋਨਾਂ ਦੀ ਸੰਖਿਆ ਵਿੱਚ ਵਾਧਾ ਹੋਇਆ? 1। ਇਸੇ ਤਰ੍ਹਾਂ ਇੱਕ ਪ੍ਰੋਟੋਨਾਂ ਦੀ ਸੰਖਿਆ ਇੱਕ ਤੱਤ ਤੋਂ ਦੂਜੇ ਤੱਤ ਤੱਕ ਵੱਧਦੀ ਜਾਵੇਗੀ। ਤੱਤਾਂ ਨੂੰ ਉਹਨਾਂ ਦੇ ਪਰਮਾਣੂ ਅੰਕ, ਜਿਸ ਨੂੰ ਅਸੀਂ Z ਦੇ ਨਾਲ ਲਿਖਦੇ ਹਾਂ, ਦੇ ਵੱਧਦੇ ਕ੍ਰਮ ਵਿੱਚ ਸਿਲਸਿਲੇਵਾਰ ਕਰਨ ਨਾਲ ਜੋ ਵਰਗੀਕਰਨ ਪ੍ਰਾਪਤ ਹੁੰਦਾ ਹੈ ਉਸ ਨੂੰ ਅਸੀਂ ਆਧੁਨਿਕ ਆਵਰਤੀ ਸਾਰਣੀ ਕਿਹਾ ਹੈ। ਤੱਤਾਂ ਨੂੰ ਪਰਮਾਣੂ ਅੰਕ ਦੇ ਵੱਧਦੇ ਕ੍ਰਮ ਵਿੱਚ ਵਿਉਂਤਣ ਨਾਲ ਤੱਤਾਂ ਦੇ ਗੁਣਾਂ ਦਾ ਵਧੇਰੇ ਠੀਕ ਤਰ੍ਹਾਂ ਅਨੁਮਾਨ ਲਗਾਇਆ ਜਾ ਸਕਦਾ ਹੈ। ਆਓ ਹੁਣ ਅਸੀਂ ਇਸ ਕਿਰਿਆ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਦੇ ਹਾਂ। ਇੱਕ ਜ਼ਰੂਰੀ ਗੱਲ, ਅਧਿਆਏ 5 ਦੀਆਂ 5.1 ਤੋਂ 5.11 ਤੱਕ ਸਾਰੀਆਂ ਕਿਰਿਆਵਾਂ ਦੇ ਪ੍ਰਸ਼ਨ ਇਸ ਕਿਰਿਆ ਵਿੱਚ ਪੁੱਛੇ ਗਏ ਹਨ। ਇਸ ਦਾ ਮਤਲਬ ਇਹ ਵੀ ਹੈ ਕਿ ਅਗਰ ਅਸੀਂ ਪੂਰੇ ਦੇ ਪੂਰੇ ਚੈਪਟਰ ਨੂੰ, ਪੂਰੇ ਦੇ ਪੂਰੇ 5ਵੇਂ ਅਧਿਆਏ ਨੂੰ ਚੰਗੀ ਤਰ੍ਹਾਂ ਪੜ੍ਹ ਕੇ, ਚੰਗੀ ਤਰ੍ਹਾਂ ਸਮਝ ਕੇ ਫਿਰ ਇਸ ਕਿਰਿਆ ਦੇ ਸਾਰੇ ਪ੍ਰਸ਼ਨ ਉੱਤਰਾਂ ਨੂੰ ਸਮਝੀਏ ਤਾਂ ਇਸ ਦੇ ਨਾਲ ਸਾਨੂੰ ਇਹ ਕਿਰਿਆ, ਇਸ ਦੇ ਪ੍ਰਸ਼ਨ ਉੱਤਰ ਜ਼ਿਆਦਾ ਵਧੀਆ ਢੰਗ ਦੇ ਨਾਲ ਸਮਝ ਆ ਸਕਣਗੇ। ਪ੍ਰਸ਼ਨ 1, ਹੈਲੋਜਨ ਪਰਿਵਾਰ ਦੀ ਹਾਈਡਰੋਜਨ ਨਾਲ ਕੀ ਸਮਾਨਤਾ ਹੈ? ਉੱਤਰ, ਹੈਲੋਜਨ ਪਰਿਵਾਰ ਅਤੇ ਹਾਈਡਰੋਜਨ ਦੋਨਾਂ ਨੂੰ ਆਪਣੇ ਸ਼ੈੱਲ ਨੂੰ ਪੂਰਾ ਕਰਨ ਲਈ ਇੱਕ ਇਲੈਕਟ੍ਰੋਨ ਦੀ ਜ਼ਰੂਰਤ ਹੁੰਦੀ ਹੈ। ਹਾਈਡਰੋਜਨ ਦੇ ਵਿੱਚ ਵੀ ਇੱਕੋ ਇਲੈਕਟ੍ਰੋਨ ਦੀ ਕਮੀ ਹੁੰਦੀ ਹੈ ਤੇ ਹੈਲੋਜਨ ਪਰਿਵਾਰ ਦੇ ਵਿੱਚ ਜਿਹੜੇ ਵੀ ਸਾਡੇ ਕੋਲ ਤੱਤ ਮੌਜੂਦ ਹੈ, ਜਿਸ ਤਰ੍ਹਾਂ ਫਲੋਰੀਨ ਹੈ, ਕਲੋਰੀਨ ਹੈ, ਬ੍ਰੋਮਾਈਨ ਹੈ, ਇਹਨਾਂ ਸਾਰਿਆਂ ਨੂੰ ਵੀ ਆਪਣੇ ਸ਼ੈੱਲ ਨੂੰ ਪੂਰਾ ਕਰਨ ਲਈ ਇੱਕੋ ਇਲੈਕਟ੍ਰੋਨ ਦੀ ਜ਼ਰੂਰਤ ਹੁੰਦੀ ਹੈ। ਪ੍ਰਸ਼ਨ ਨੰਬਰ 2, ਆਧੁਨਿਕ ਆਵਰਤੀ ਸਾਰਣੀ ਵਿੱਚ ਪਹਿਲੇ ਗਰੁੱਪ ਵਿੱਚ ਕਿੰਨੇ ਸੰਯੋਜਕ ਇਲੈਕਟ੍ਰੋਨ ਹੁੰਦੇ ਹਨ? ਉੱਤਰ, ਆਧੁਨਿਕ ਆਵਰਤੀ ਸਾਰਣੀ ਵਿੱਚ ਪਹਿਲੇ ਗਰੁੱਪ ਵਿੱਚ ਇੱਕ ਸੰਯੋਜਕ ਇਲੈਕਟ੍ਰੋਨ ਹੁੰਦਾ ਹੈ। ਆਧੁਨਿਕ ਆਵਰਤੀ ਸਾਰਣੀ ਦੇ ਪਹਿਲੇ ਗਰੁੱਪ ਵਿੱਚ ਕਿੰਨੇ ਸੰਯੋਜਕ ਇਲੈਕਟ੍ਰੋਨ ਹੁੰਦੇ ਹਨ? 1। ਪ੍ਰਸ਼ਨ ਨੰਬਰ 3, ਕੀ ਆਵਰਤੀ ਸਾਰਣੀ ਦੇ ਦੂਜੇ ਪੀਰੀਅਡ ਵਿੱਚ ਸੈੱਲਾਂ ਦੀ ਸੰਖਿਆ ਸਮਾਨ ਹੈ? ਉੱਤਰ, ਹਾਂ, ਆਵਰਤੀ ਸਾਰਣੀ ਦੇ ਦੂਜੇ ਪੀਰੀਅਡ ਵਿੱਚ ਸੈੱਲਾਂ ਦੀ ਸੰਖਿਆ ਸਮਾਨ ਹੈ। ਕਿਸੇ ਵੀ ਪੀਰੀਅਡ ਦੇ ਵਿੱਚ ਸੈੱਲਾਂ ਦੀ ਸੰਖਿਆ ਸਮਾਨ ਰਹਿੰਦੀ ਹੈ। ਪ੍ਰਸ਼ਨ ਨੰਬਰ 4, ਕੀ ਕਲੋਰੀਨ ਦੇ ਸਮਸਥਾਨਕਾਂ ਨੂੰ ਆਧੁਨਿਕ ਆਵਰਤੀ ਸਾਰਣੀ ਅਨੁਸਾਰ ਇੱਕ ਹੀ ਸਥਾਨ ਤੇ ਰੱਖਿਆ ਜਾ ਸਕਦਾ ਹੈ? ਉੱਤਰ, ਹਾਂ, ਕਲੋਰੀਨ ਦੇ ਸਮਸਥਾਨਕਾਂ ਨੂੰ ਆਧੁਨਿਕ ਆਵਰਤੀ ਸਾਰਣੀ ਅਨੁਸਾਰ ਇੱਕ ਹੀ ਸਥਾਨ ਤੇ ਰੱਖਿਆ ਜਾ ਸਕਦਾ ਹੈ ਕਿਉਂਕਿ ਕਲੋਰੀਨ ਦੇ ਸਮਸਥਾਨਕਾਂ ਦੀ ਪਰਮਾਣੂ ਸੰਖਿਆ ਇੱਕ ਹੀ ਹੈ। ਸਾਰੇ ਕਲੋਰੀਨ ਦੇ ਸਮਸਥਾਨਕਾਂ ਦੀ ਪਰਮਾਣੂ ਸੰਖਿਆ ਇੱਕ ਹੀ ਹੁੰਦੀ ਹੈ, ਸੇਮ ਹੁੰਦੀ ਹੈ। ਇਸ ਲਈ ਕਲੋਰੀਨ ਦੇ ਸਮਸਥਾਨਕਾਂ ਨੂੰ ਅਸੀਂ ਇੱਕ ਸਥਾਨ ਤੇ ਰੱਖ ਸਕਦੇ ਹਾਂ। ਪ੍ਰਸ਼ਨ ਨੰਬਰ 5, ਆਧੁਨਿਕ ਆਵਰਤੀ ਸਾਰਣੀ ਵਿੱਚ ਭਿੰਨ-ਭਿੰਨ ਤੱਤਾਂ ਦੇ ਸਮਸਥਾਨਕਾਂ ਦਾ ਸਥਾਨ ਕਿਵੇਂ ਨਿਸ਼ਚਿਤ ਕੀਤਾ ਗਿਆ ਹੈ? ਉੱਤਰ, ਆਧੁਨਿਕ ਆਵਰਤੀ ਸਾਰਣੀ ਪਰਮਾਣੂ ਸੰਖਿਆ ਤੇ ਆਧਾਰਿਤ ਹੈ। ਕਿਸੇ ਵੀ ਤੱਤ ਦੇ ਸਮਸਥਾਨਕਾਂ ਦੀ ਪਰਮਾਣੂ ਸੰਖਿਆ ਇੱਕ ਹੀ ਹੁੰਦੀ ਹੈ। ਜੇ ਆਪਾਂ ਕਲੋਰੀਨ ਦੇ ਹੀ ਸਮਸਥਾਨਕਾਂ ਦੀ ਗੱਲ ਕਰੀਏ ਤਾਂ ਉਹਨਾਂ ਸਾਰਿਆਂ ਦੇ ਵਿੱਚ ਪਰਮਾਣੂ ਸੰਖਿਆ ਇੱਕ ਹੀ ਹੈ, 17 ਹੀ ਹੈ, 17 ਹੀ ਹੁੰਦੀ ਹੈ। ਠੀਕ ਹੈ, ਇਸ ਲਈ ਪਰਮਾਣੂ ਸੰਖਿਆ ਦੇ ਆਧਾਰ ਤੇ ਕਿਸੇ ਵੀ ਤੱਤ ਨੂੰ ਇੱਕ ਹੀ ਸਥਾਨ ਦਿੱਤਾ ਗਿਆ ਹੈ। ਭਿੰਨ-ਭਿੰਨ ਸਮਸਥਾਨਕਾਂ ਦੀ ਜਗ੍ਹਾ ਤੇ ਪਰਮਾਣੂ ਸੰਖਿਆ ਇੱਕ ਹੋਣ ਦੇ ਕਰਕੇ ਕਿਸੇ ਵੀ ਤੱਤ ਨੂੰ ਇੱਕ ਹੀ ਸਥਾਨ ਦਿੱਤਾ ਗਿਆ ਹੈ, ਇੱਕ ਤੋਂ ਜ਼ਿਆਦਾ ਸਥਾਨ ਨਹੀਂ ਦਿੱਤਾ ਗਿਆ ਹੈ। ਪ੍ਰਸ਼ਨ ਨੰਬਰ 6, ਪਹਿਲੇ ਗਰੁੱਪ ਵਿੱਚ ਕਿਸ ਤੱਤ ਦਾ ਪਰਮਾਣੂ ਸਭ ਤੋਂ ਛੋਟਾ ਅਤੇ ਕਿਸ ਤੱਤ ਦਾ ਪਰਮਾਣੂ ਸਭ ਤੋਂ ਵੱਡਾ ਹੈ? ਉੱਤਰ, ਪਹਿਲੇ ਗਰੁੱਪ ਵਿੱਚ ਸਭ ਤੋਂ ਛੋਟਾ ਅਤੇ ਸਭ ਤੋਂ ਵੱਡਾ ਪਰਮਾਣੂ ਹੇਠ ਲਿਖੇ ਤੱਤਾਂ ਦਾ ਹੈ। ਸਭ ਤੋਂ ਛੋਟਾ ਪਰਮਾਣੂ H ਮਤਲਬ ਹਾਈਡਰੋਜਨ ਤੱਤ ਦਾ ਹੈ ਅਤੇ ਸਭ ਤੋਂ ਵੱਡਾ ਪਰਮਾਣੂ Fr ਦਾ ਹੈ। ਪ੍ਰਸ਼ਨ ਨੰਬਰ 7, Na, Li, K, Rv, Cs ਕਿਹੜੇ ਗਰੁੱਪ ਵਿੱਚ ਹਨ? ਇਹਨਾਂ ਨੂੰ ਇਹਨਾਂ ਦੇ ਵੱਧਦੇ ਕ੍ਰਮ ਦੇ ਆਧਾਰ ਤੇ ਤਰਤੀਬ ਵਿੱਚ ਲਗਾਓ। ਉੱਤਰ, Na, Li, K, Rb, Cs ਪਹਿਲੇ ਗਰੁੱਪ ਵਿੱਚ ਹਨ
इन्हां तत्तां दी बढ़दे क्रम के आधार ते तरतीब इस प्रकार है। Li less than Na less than K less than Rb less than Cs। मतलब ਇਹਦੇ ਵਿੱਚ Li ਸਭ ਤੋਂ ਛੋਟਾ ਹੈ, Na ਉਸ ਤੋਂ ਵੱਡਾ ਹੈ, K ਉਸ ਤੋਂ ਵੱਡਾ ਹੈ, Rb ਉਸ ਤੋਂ ਵੱਡਾ ਹੈ ਅਤੇ Cs ਸਭ ਤੋਂ ਵੱਡਾ ਹੈ। ਪ੍ਰਸ਼ਨ ਨੰਬਰ 8, ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਣ ਨਾਲ ਪਰਮਾਣੂ ਆਕਾਰ ਵੱਧ ਕਿਉਂ ਜਾਂਦਾ ਹੈ? ਉੱਤਰ, ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦੇ ਹੋਏ ਸੈੱਲਾਂ ਦੀ ਸੰਖਿਆ ਲਗਾਤਾਰ ਵੱਧਦੀ ਜਾਂਦੀ ਹੈ। ਸੈੱਲਾਂ ਦੀ ਸੰਖਿਆ ਵਧਣ ਨਾਲ ਨਿਊਕਲੀਅਸ ਅਤੇ ਸਭ ਤੋਂ ਬਾਹਰਲੇ ਸ਼ੈੱਲ ਵਿਚਕਾਰ ਦੂਰੀ ਵੀ ਲਗਾਤਾਰ ਵੱਧਦੀ ਜਾਂਦੀ ਹੈ। ਇਸ ਦਾ ਮਤਲਬ ਕੀ ਹੈ? ਜੇ ਨਿਊਕਲੀਅਸ ਤੇ ਆਪਾਂ ਬਾਹਰਲੇ ਆਊਟਰਮੋਸਟ ਸ਼ੈੱਲ, ਸਭ ਤੋਂ ਬਾਹਰਲੇ ਸ਼ੈੱਲ ਦੀ ਗੱਲ ਕਰੀਏ ਤਾਂ ਉਸ ਦੀ ਦੂਰੀ ਵੀ ਲਗਾਤਾਰ ਕੀ ਹੋਈ ਜਾਊਗੀ? ਇਨਕਰੀਜ਼ ਹੋਈ ਜਾਊਗੀ, ਵਧੀ ਜਾਊਗੀ। ਇਸ ਲਈ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਣ ਨਾਲ ਪਰਮਾਣੂ ਆਕਾਰ ਵੱਧ ਜਾਂਦਾ ਹੈ। ਪ੍ਰਸ਼ਨ ਨੰਬਰ 9, ਕਿਸੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਜਾਣ ਨਾਲ ਤੱਤਾਂ ਦੁਆਰਾ ਇਲੈਕਟ੍ਰੋਨ ਪ੍ਰਾਪਤ ਕਰਨ ਦਾ ਰੁਝਾਨ ਕਿਵੇਂ ਬਦਲਦਾ ਹੈ ਅਤੇ ਕਿਉਂ? ਉੱਤਰ, ਕਿਸੇ ਪੀਰੀਅਡ ਵਿੱਚ ਸੱਜੇ ਤੋਂ ਖੱਬੇ ਜਾਣ ਨਾਲ ਤੱਤਾਂ ਦੁਆਰਾ ਇਲੈਕਟ੍ਰੋਨ ਪ੍ਰਾਪਤ ਕਰਨ ਦੀ ਪ੍ਰਵਿਰਤੀ ਮਤਲਬ ਰੁਝਾਨ ਵੱਧਦੀ ਜਾਂਦੀ ਹੈ, ਕਿਉਂਕਿ ਖੱਬੇ ਤੋਂ ਸੱਜੇ ਜਾਣ ਨਾਲ ਤੱਤਾਂ ਵਿੱਚ ਇਫੈਕਟਿਵ ਨਿਊਕਲੀਅਰ ਚਾਰਜ, ਜਿਸ ਨੂੰ ਅਸੀਂ ਪ੍ਰਭਾਵਸ਼ਾਲੀ ਪਰਮਾਣੂ ਚਾਰਜ ਕਹਿੰਦੇ ਹਾਂ, ਉਹ ਵੱਧਦਾ ਰਹਿੰਦਾ ਹੈ ਅਤੇ ਤੱਤਾਂ ਦਾ ਪਰਮਾਣੂ ਘੇਰਾ ਘਟਦਾ ਜਾਂਦਾ ਹੈ। ਇਸ ਲਈ ਪ੍ਰੋਟੋਨ ਇਲੈਕਟ੍ਰੋਨਾਂ ਨੂੰ ਵਧੇਰੇ ਜੋੜ ਕੇ ਰੱਖਦੇ ਹਨ। ਇਸ ਤਰ੍ਹਾਂ ਇਲੈਕਟ੍ਰੋਨਾਂ ਦਾ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਪ੍ਰਸ਼ਨ ਨੰਬਰ 10, ਗਰੁੱਪ ਵਾਈਜ਼ ਅਤੇ ਪੀਰੀਅਡ ਵਾਈਜ਼ ਤੱਤਾਂ ਦੀ ਇਲੈਕਟ੍ਰੋਨ ਪ੍ਰਾਪਤ ਕਰਨ ਦੀ ਸਮਰੱਥਾ ਕਿਵੇਂ ਬਦਲਦੀ ਹੈ ਅਤੇ ਕਿਉਂ? ਉੱਤਰ, ਕਿਸੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਜਾਣ ਨਾਲ ਤੱਤਾਂ ਦੁਆਰਾ ਇਲੈਕਟ੍ਰੋਨ ਪ੍ਰਾਪਤ ਕਰਨ ਦੀ ਪ੍ਰਵਿਰਤੀ ਵੱਧਦੀ ਜਾਂਦੀ ਹੈ, ਕਿਉਂਕਿ ਖੱਬੇ ਤੋਂ ਸੱਜੇ ਜਾਣ ਨਾਲ ਤੱਤਾਂ ਵਿੱਚ ਇਫੈਕਟਿਵ ਨਿਊਕਲੀਅਰ ਚਾਰਜ, ਪ੍ਰਭਾਵਸ਼ਾਲੀ ਪਰਮਾਣੂ ਚਾਰਜ ਵੱਧਦਾ ਹੈ ਅਤੇ ਤੱਤਾਂ ਦਾ ਪਰਮਾਣੂ ਘੇਰਾ ਘਟਦਾ ਜਾਂਦਾ ਹੈ। ਇਸ ਲਈ ਪ੍ਰੋਟੋਨ ਇਲੈਕਟ੍ਰੋਨਾਂ ਨੂੰ ਵਧੇਰੇ ਜੋੜ ਕੇ ਰੱਖਦੇ ਹਨ। ਇਸ ਤਰ੍ਹਾਂ ਇਲੈਕਟ੍ਰੋਨਾਂ ਦਾ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਜੇਕਰ ਅਸੀਂ ਗਰੁੱਪ ਦੀ ਗੱਲ ਕਰੀਏ ਤਾਂ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦਿਆਂ ਸੰਯੋਜਕ ਇਲੈਕਟ੍ਰੋਨਾਂ ਉੱਤੇ ਕਿਰਿਆ ਕਰਨ ਵਾਲਾ ਪ੍ਰਭਾਵੀ ਨਿਊਕਲੀਅਰ ਚਾਰਜ ਘਟਦਾ ਹੈ, ਕਿਉਂਕਿ ਸਭ ਤੋਂ ਬਾਹਰ ਵਾਲੇ ਇਲੈਕਟ੍ਰੋਨ ਨਿਊਕਲੀਅਸ ਤੋਂ ਦੂਰ ਹੋ ਜਾਂਦੇ ਹਨ। ਇਸ ਲਈ ਇਹ ਇਲੈਕਟ੍ਰੋਨ ਆਸਾਨੀ ਨਾਲ ਛੱਡ ਦਿੰਦੇ ਹਨ। ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦੇ ਹੋਏ ਤੱਤ ਇਲੈਕਟ੍ਰੋਨ ਆਸਾਨੀ ਨਾਲ ਛੱਡਣਗੇ ਅਤੇ ਪੀਰੀਅਡਸ ਦੇ ਵਿੱਚ ਖੱਬੇ ਤੋਂ ਸੱਜੇ ਵੱਲ ਜਾਂਦੇ ਹੋਏ ਤੱਤ ਇਲੈਕਟ੍ਰੋਨ ਆਸਾਨੀ ਨਾਲ ਨਹੀਂ ਛੱਡਣਗੇ। ਇਹ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ। ਆਸ ਕਰਦਾ ਹਾਂ ਇਸ ਵੀਡੀਓ ਵਿੱਚ ਸਮਝਾਈ ਕਿਰਿਆ ਆਧੁਨਿਕ ਆਵਰਤੀ ਸਾਰਣੀ ਨੂੰ ਸਮਝਣਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਸਖਤ ਮਿਹਨਤ ਕਰੋ, ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ।